Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 126ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਾਝ ਮਹਿਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਘਰ ਹੀ ਮੈਂ ਪਾਈ। ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਗੁਰੂ ਜੀ ਕਹਿੰਦੇ ਕਿ ਮੇਰਾ ਪਰਮਾਤਮਾ ਸਾਰੀਆਂ ਥਾਵਾਂ ਦੇ ਵਿੱਚ ਭਰਪੂਰ ਤੌਰ ਤੇ ਮੌਜੂਦ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਪਰਮਾਤਮਾ ਨੂੰ ਘਰ ਵਿੱਚੋਂ ਹੀ ਲੱਭ ਲਿਆ ਹੈ, ਆਪਣੇ ਹਿਰਦੇ ਘਰ ਵਿੱਚੋਂ ਹੀ ਲੱਭ ਲਿਆ ਹੈ, ਆਪਣੇ ਅੰਦਰੋਂ ਹੀ ਲੱਭ ਲਿਆ ਹੈ। ਹੁਣ ਮੈਂ ਉਸ ਨੂੰ ਸਦਾ ਸਰੇਵੀ ਭਾਵ ਸਦਾ ਉਸ ਦਾ ਨਾਮ ਸਿਮਰਦਾ ਹਾਂ, ਇੱਕ ਮਨ ਦੇ ਨਾਲ ਉਸ ਪਰਮਾਤਮਾ ਨੂੰ ਧਿਆਉਂਦਾ ਹਾਂ। ਜਿਹੜੇ ਵੀ ਮਨੁੱਖ ਗੁਰੂ ਦੇ ਲੜ ਲੱਗਦੇ ਹਨ ਉਹ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਨ, ਸਮਾ ਜਾਂਦੇ ਹਨ। ਹਉ ਵਾਰੀ ਜਿਉ ਵਾਰੀ, ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣਿਆ ਰਹਾਉ। ਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਸਰੇ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਹੋਇਆ ਹੈ। ਉਹ ਪਰਮਾਤਮਾ ਜੋ ਇਸ ਜਗਤ ਨੂੰ ਜੀਵਨ ਦੇਣ ਵਾਲਾ ਹੈ, ਜੋ ਨਿਰਭਉ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਦਾਤਾ ਵੀ ਹੈ, ਸਾਰਿਆਂ ਨੂੰ ਦਾਤਾਂ ਬਖਸ਼ਣ ਵਾਲਾ ਹੈ। ਤੇ ਜਿਹੜਾ ਇਨਸਾਨ ਗੁਰਮਤਿ ਹੋ ਜਾਂਦਾ ਹੈ, ਗੁਰੂ ਦੀ ਮੱਤ ਦੇ ਉੱਤੇ ਤੁਰਦਾ ਹੈ, ਉਹ ਸਹਿਜ ਦੇ ਵਿੱਚ ਸਮਾ ਵੀ ਜਾਂਦਾ ਹੈ, ਸਬਰ ਉਹਦੇ ਅੰਦਰ ਆ ਜਾਂਦਾ ਹੈ। ਘਰ ਮਹਿ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹਿ ਸੁਖ ਦਾਤਾ, ਗੁਰਮਤਿ ਸਹਿਜ ਸਮਾਵਣਿਆ। ਜਿਹੜਾ ਪਰਮਾਤਮਾ ਇਸ ਧਰਤੀ ਦਾ ਅਤੇ ਪਤਾਲ ਦਾ ਆਸਰਾ ਹੈ। ਧੌਲ ਸ਼ਬਦ ਦਾ ਅਰਥ ਹੁੰਦਾ ਹੈ ਬਲਦ, ਤੇ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਜੋ ਧਰਤੀ ਹੈ ਉਹ ਬਲਦ ਦੇ ਸਿੰਗਾਂ ਦੇ ਉੱਪਰ ਟਿਕੀ ਹੋਈ ਹੈ। ਹੁਣ ਗੁਰੂ ਜੀ ਇਸ ਗੱਲ ਨੂੰ ਐਕਚੁਅਲ ਦੇ ਵਿੱਚ ਮੰਨਦੇ ਸਨ ਜਾਂ ਨਹੀਂ, ਇਹ ਤੇ ਆਪਾਂ ਨਹੀਂ ਕਹਿ ਸਕਦੇ, ਪਰ ਉਹਨਾਂ ਨੇ ਇਸ ਪੰਕਤੀ ਦੇ ਰਾਹੀਂ ਧੌਲ ਸ਼ਬਦ ਵਰਤ ਕੇ ਧਰਤੀ ਦੇ ਆਸਰੇ ਦੀ ਇੱਕ ਗੱਲ ਕੀਤੀ ਹੈ। ਸੋ ਧੌਲ ਨੂੰ ਇੱਕ ਪ੍ਰਤੀਬਿੰਬ ਦੇ ਤੌਰ ਤੇ ਵਰਤ ਕੇ ਇਹ ਦਰਸਾਇਆ ਗਿਆ ਹੈ ਕਿ ਜੋ ਪਰਮਾਤਮਾ ਹੈ ਉਹ ਧਰਤੀ ਦਾ ਵੀ ਆਸਰਾ ਹੈ, ਪਤਾਲ ਦਾ ਵੀ ਆਸਰਾ ਹੈ, ਤੇ ਘਰ ਮਹਿ ਤੇ ਹਰੇਕ ਹਿਰਦੇ ਦੇ ਵਿੱਚ ਉਹ ਵਸਦਾ ਹੈ। ਤੇ ਉਹ ਸਦਾ ਹੈ ਬਾਲਾ। ਬਾਲਾ ਤੋਂ ਭਾਵ ਜਵਾਨ, ਕਿ ਉਹ ਪਰਮਾਤਮਾ ਸਦਾ ਜਵਾਨ ਰਹਿੰਦਾ ਹੈ, ਕਦੇ ਬਜ਼ੁਰਗ ਨਹੀਂ ਹੁੰਦਾ ਤੇ ਨਾ ਹੀ ਉਹ ਕਦੇ ਮਰਦਾ ਹੈ। ਜੋ ਇਨਸਾਨ ਗੁਰੂ ਦੀ ਮੱਤ ਲੈ ਕੇ ਉਸ ਪਰਮਾਤਮਾ, ਉਸ ਸੁੱਖ ਦਾਤੇ ਪਰਮਾਤਮਾ ਦੇ ਲੜ ਲੱਗਦਾ ਹੈ, ਉਹ ਸਦਾ ਆਨੰਦ ਦੇ ਵਿੱਚ ਰਹਿੰਦਾ ਹੈ। ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੂਕੈ ਫੇਰਾ। ਗੁਰਮੁਖ ਹੋਵੈ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਣਿਆ। ਜਿਹੜੇ ਮਨੁੱਖ ਦੀ ਕਾਇਆ ਦੇ ਅੰਦਰ, ਸਰੀਰ ਦੇ ਅੰਦਰ ਹਉਮੈ ਹੈ, ਮੇਰਾ ਮੇਰਾ ਹੈ, ਮਮਤਾ ਹੈ, ਉਹ ਮਨੁੱਖ ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹਿੰਦਾ ਹੈ, ਉਹਦਾ ਉਹ ਗੇੜ ਨਹੀਂ ਮੁੱਕਦਾ। ਤੇ ਮੈਂ ਉਮੀਦ ਕਰਦਾ ਹਾਂ ਕਿ ਜੰਮਣ ਮਰਨ ਦਾ ਜੋ ਗੇੜ ਹੈ ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ। ਤੁਸੀਂ ਉਹ ਜੋ ਅਸੀਂ ਵੀਡੀਓ ਅਪਲੋਡ ਕੀਤੀ ਸੀ ਉਹ ਵੇਖੀ ਹੋਵੇਗੀ। ਸੋ ਜੋ ਗੁਰਮੁਖ ਹੈ, ਗੁਰਮੁਖ ਹੋਵੈ ਸੋ ਹਉਮੈ ਮਾਰੇ। ਜੋ ਗੁਰੂ ਦੇ ਲੜ ਲੱਗਦਾ ਹੈ ਉਹ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦਾ ਹੈ ਤੇ ਸੱਚੋ ਸੱਚ ਧਿਆਵਣਿਆ, ਤੇ ਉਸ ਸੱਚੇ ਪਰਮਾਤਮਾ ਨੂੰ ਸਿਮਰਦਾ ਹੈ। ਕਾਇਆ ਅੰਦਰ ਪਾਪ ਪੁੰਨ ਦੂਏ ਭਾਈ, ਦੁਹੀ ਮਿਲ ਕੇ ਸ੍ਰਿਸ਼ਟ ਉਪਾਈ। ਦੋਵੇਂ ਮਾਰ ਜਾਏ ਇਕਤ ਕਰ, ਆਵੈ ਗੁਰਮਤਿ ਸਹਿਜ ਸਮਾਵਣਿਆ। ਸਾਡੇ ਸਰੀਰ ਦੇ ਅੰਦਰ ਪਾਪ ਅਤੇ ਪੁੰਨ ਦੋਨੇ ਭਰਾਵਾਂ ਵਾਂਗ ਰਹਿੰਦੇ ਨੇ, ਤੇ ਇਹਨਾਂ ਦੋਹਾਂ ਨੇ ਮਿਲ ਕੇ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ। ਇਹਨਾਂ ਦੋਹਾਂ ਨੂੰ ਮਾਰ ਕੇ ਅਸੀਂ ਇਕਤ ਘਰ ਆਉਂਦੇ ਹਾਂ, ਉਸ ਇੱਕ ਪਰਮਾਤਮਾ ਦੇ ਲੜ ਲੱਗਦੇ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਾਪ ਨੂੰ ਮਾਰਨਾ ਸਾਨੂੰ ਸਹੀ ਲੱਗਦਾ ਹੈ, ਅਸੀਂ ਇਹ ਗੱਲ ਨੂੰ ਸਮਝ ਸਕਦੇ ਹਾਂ ਕਿ ਚਲੋ ਪਾਪ ਨੂੰ ਮਾਰਨਾ ਤੇ ਠੀਕ ਹੈ, ਪੁੰਨ ਨੂੰ ਕਿਉਂ ਮਾਰਨਾ ਹੈ? ਉਹਦਾ ਕਾਰਨ ਇਹ ਹੈ ਕਿ ਜੋ ਪੁੰਨਦਾਨ ਅਸੀਂ ਕਰਦੇ ਹਾਂ ਉਹ ਸਾਡੀ ਹਉਮੈ ਨੂੰ ਬਲ ਦਿੰਦਾ ਹੈ। ਅਸੀਂ ਪੁੰਨਦਾਨ ਕਰਨ ਨੂੰ ਬੰਦ ਨਹੀਂ ਕਰਨਾ, ਸਾਡੇ ਮਨ ਨੂੰ ਇਸ ਤਰ੍ਹਾਂ
ਸਮਝਾਉਣਾ ਹੈ ਕਿ ਅਸੀਂ ਪੁੰਨਦਾਨ ਨਹੀਂ ਕੀਤਾ, ਕਰਕੇ ਵੀ ਇਹ ਜਤਾਉਣਾ ਹੈ ਆਪਦੇ ਮਨ ਨੂੰ ਕਿ ਅਸੀਂ ਨਹੀਂ ਕੀਤਾ। ਸਾਡੇ ਤੋਂ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਇਹ ਕਾਰਜ ਹੋਇਆ। ਇੱਕ ਤਰੀਕਾ ਗੁਪਤ ਦਾਨ ਹੈ, ਕਿਉਂਕਿ ਜ਼ਿਆਦਾਤਰ ਮਨੁੱਖ ਜਦੋਂ ਵੀ ਕਿਤੇ ਦਾਨ ਪੁੰਨ ਕਰਦੇ ਨੇ, ਕਿਸੇ ਵੀ ਪ੍ਰਕਾਰ ਦਾ ਕਰਦੇ ਨੇ, ਤਾਂ ਉਹ ਆਪਣਾ ਨਾਮ ਜ਼ਰੂਰ ਲਿਖਵਾਉਂਦੇ ਨੇ, ਤਾਂ ਕਿ ਉਹਨਾਂ ਦੀ ਹਉਮੈ ਨੂੰ ਬਲ ਮਿਲ ਸਕੇ, ਦੂਸਰੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਸ ਇਨਸਾਨ ਨੇ ਦਾਨ ਕੀਤਾ ਹੈ। ਹੁਣ ਜੋ ਸੰਕਟ ਦਾ ਸਮਾਂ ਦੁਨੀਆ ਦੇ ਉੱਪਰ ਚੱਲ ਰਿਹਾ ਹੈ, ਬਹੁਤ ਸਾਰੇ ਲੋਕ ਚੰਗੇ ਕੰਮ ਕਰਦੇ ਪਏ ਨੇ, ਲੰਗਰ ਲਗਾਏ ਜਾ ਰਹੇ ਨੇ, ਲੋਕਾਂ ਤੱਕ ਰਾਸ਼ਨ ਵੀ ਪਹੁੰਚਾਇਆ ਜਾ ਰਿਹਾ ਹੈ। ਕਈ ਲੋਕ ਫਿਜ਼ੀਕਲ ਤੌਰ 'ਤੇ ਕੰਮ ਕਰ ਰਹੇ ਨੇ, ਉਹ ਜੋ ਸੰਸਥਾਵਾਂ ਵੱਲੋਂ ਦਿੱਤਾ ਗਿਆ ਰਾਸ਼ਨ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰ ਰਹੇ ਨੇ। ਕਈ ਲੋਕ ਮਾਇਆ ਪੱਖੋਂ ਮਦਦ ਕਰ ਰਹੇ ਨੇ, ਪਰ ਬਹੁਤ ਸਾਰੇ ਲੋਕ ਉਹਨਾਂ 'ਚੋਂ ਅਜਿਹੇ ਨੇ ਜਿਹੜੇ ਦੁਨੀਆ ਦੇ ਸਾਹਮਣੇ ਆਪਣਾ ਚਿਹਰਾ ਰੱਖਣਾ ਚਾਹੁੰਦੇ ਨੇ। ਉਹ ਬੇਸ਼ੱਕ ਜਦੋਂ ਦਾਨ ਦੇ ਰਹੇ ਨੇ, ਉਹ ਕਾਰਜ ਕਰਦੇ ਪਏ ਨੇ, ਉਦੋਂ ਦੀਆਂ ਫੋਟੋਆਂ ਜਾਂ ਵੀਡੀਓ ਪਾ ਦੇਣ, ਬੇਸ਼ੱਕ ਕੋਈ ਪੋਸਟ ਦੇ ਰਾਹੀਂ ਲਿਖਤੀ ਰੂਪ ਦੇ ਵਿੱਚ ਇਹ ਚੀਜ਼ ਸਾਹਮਣੇ ਆ ਜਾਏ ਕਿ ਇਸ ਨਾਮ ਦੇ ਬੰਦਿਆਂ ਨੇ ਇੱਦਾਂ ਮਾਇਆ ਦੀ ਮਦਦ ਕੀਤੀ ਜਾਂ ਉਹਨਾਂ ਨੇ ਫਿਜ਼ੀਕਲ ਤੌਰ 'ਤੇ ਸੇਵਾ ਕੀਤੀ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਕੁਝ ਦਾਨ ਪੁੰਨ ਕਰਕੇ ਆਪਦਾ ਨਾਮ ਉੱਥੇ ਲਿਖਵਾ ਕੇ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਕਿ ਇਹ ਅਸੀਂ ਕੀਤਾ ਹੈ, ਉਸ ਵਕਤ ਅਸੀਂ ਆਪਦੀ ਹਉਮੈ ਨੂੰ ਬਲ ਦੇ ਰਹੇ ਹਾਂ। ਸੋ ਗੁਪਤ ਦਾਨ ਇੱਕ ਛੋਟਾ ਜਿਹਾ ਤਰੀਕਾ ਹੈ ਜਿਹਦੇ ਰਾਹੀਂ ਕਿ ਅਸੀਂ ਆਪਦੀ ਹਉਮੈ ਨੂੰ ਉਸ ਤਰੀਕੇ ਦਾ ਬਲ ਤੇ ਬਿਲਕੁਲ ਵੀ ਨਹੀਂ ਦੇਵਾਂਗੇ ਜਿੰਨਾ ਅਸੀਂ ਆਪਣਾ ਨਾਮ ਲਿਖਵਾ ਕੇ ਦੇਵਾਂਗੇ। ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਮਨ ਨੂੰ ਜ਼ਰੂਰ ਇਹ ਚੀਜ਼ ਪਤਾ ਹੁੰਦੀ ਹੈ ਕਿ ਅਸੀਂ ਇਹ ਕੀਤਾ ਹੈ। ਸੋ ਦੋ ਸਟੈਪ ਨੇ, ਇੱਕ ਤੇ ਇਹ ਕਿ ਕਿਸੇ ਦੂਸਰੇ ਨੂੰ ਨਾ ਪਤਾ ਲੱਗੇ ਕਿ ਅਸੀਂ ਕੋਈ ਕਾਰਜ ਕੀਤਾ ਹੈ ਦਾਨ ਪੁੰਨ ਵਾਲਾ, ਤੇ ਦੂਸਰਾ ਇਹ ਕਿ ਆਪਣੇ ਮਨ ਨੂੰ ਵੀ ਨਾ ਪਤਾ ਲੱਗੇ ਵੀ ਅਸੀਂ ਇਹ ਕੀਤਾ ਹੈ, ਤਾਂ ਕਿ ਸਾਡੀ ਹਉਮੈ ਨੂੰ ਬਲ ਨਾ ਮਿਲੇ। ਜਗਤ ਤੋਂ ਛੁਪਾਉਣਾ ਸੌਖਾ ਹੈ, ਅਸੀਂ ਗੁਪਤ ਦਾਨ ਕਰਕੇ ਛੁਪਾ ਸਕਦੇ ਹਾਂ, ਆਪਦੇ ਮਨ ਤੋਂ ਛੁਪਾਉਣਾ ਔਖਾ ਹੈ, ਪਰ ਜੇ ਕੋਸ਼ਿਸ਼ ਕਰੀਏ ਤਾਂ ਇਹ ਵੀ ਹਾਸਲ ਹੋ ਸਕਦਾ ਹੈ। ਸੋ ਇਹ ਕਾਰਨ ਹੈ ਪੁੰਨ ਨੂੰ ਵੀ ਮਾਰਨ ਦਾ, ਪਾਪ ਅਤੇ ਪੁੰਨ ਦੋਵਾਂ ਨੂੰ ਮਾਰਨ ਦਾ। ਘਰ ਹੀ ਮਾਹੇ ਦੂਜੈ ਭਾਏ ਹਨੇਰਾ, ਚਾਨਣ ਹੋਵੈ ਛੋਡੈ ਹਉਮੈ ਮੇਰਾ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਅਨ ਦਿਨ ਨਾਮ ਧਿਆਵਣਿਆ। ਇਸ ਅੰਗ ਦੀ ਬਾਣੀ ਦੇ ਵਿੱਚ ਪਹਿਲੀਆਂ ਹੀ ਪੰਕਤੀਆਂ ਦੇ ਵਿੱਚ ਸੀ ਕਿ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ, ਕਿ ਜੋ ਪ੍ਰਮਾਤਮਾ ਹੈ ਉਹ ਸਾਡੇ ਅੰਦਰ ਹੀ, ਸਾਡੇ ਹਿਰਦੇ ਦੇ ਵਿੱਚ ਹੀ ਵਸਦਾ ਹੈ। ਤੇ ਹੁਣ ਗੁਰੂ ਜੀ ਕਹਿੰਦੇ ਕਿ ਘਰ ਹੀ ਮਾਹੇ ਦੂਜੇ ਭਾਏ ਹਨੇਰਾ, ਕਿ ਉਹ ਪ੍ਰਮਾਤਮਾ ਤੇ ਵਸਦਾ ਹੀ ਹੈ, ਪਰ ਦੂਜੇ ਪਾਸੇ ਮਾਇਆ ਦੇ ਮੋਹ ਦੇ ਕਾਰਨ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਵੀ ਹੈ। ਦੂਜੇ ਭਾਏ ਭਾਵ ਕਿ ਜਦੋਂ ਅਸੀਂ ਪ੍ਰਮਾਤਮਾ ਨੂੰ ਛੱਡ ਕੇ ਦੂਸਰੇ ਜਾਣੀ ਮਾਇਆ ਦੇ ਮੋਹ ਦੇ ਵਿੱਚ ਪੈਂਦੇ ਹਾਂ, ਤੇ ਉਹਦੇ ਕਾਰਨ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਵੀ ਹੈ। ਚਾਨਣ ਹੋਵੈ ਛੋਡੈ ਹਉਮੈ ਮੇਰਾ, ਜਦੋਂ ਅਸੀਂ ਆਪਣੇ ਅੰਦਰੋਂ ਹਉਮੈ ਤੇ ਮੇਰਾ ਨੂੰ, ਮਮਤਾ ਨੂੰ ਖਤਮ ਕਰ ਲੈਂਦੇ ਹਾਂ, ਤਾਂ ਸਾਡੇ ਅੰਦਰ ਗਿਆਨ ਦਾ ਚਾਨਣ ਹੁੰਦਾ ਹੈ। ਤੇ ਇਹ ਹਉਮੈ ਜੋ ਹੈ ਪ੍ਰਗਟ ਸ਼ਬਦ ਦੇ ਰਾਹੀਂ, ਗੁਰੂ ਦੀ ਬਾਣੀ ਦੇ ਰਾਹੀਂ ਦੂਰ ਕੀਤੀ ਜਾ ਸਕਦੀ ਹੈ। ਤੇ ਜਦੋਂ ਹੋ ਗਈ ਤੇ ਫਿਰ ਅਸੀਂ ਅਨ ਦਿਨ ਨਾਮ ਧਿਆਉਂਦੇ ਹਾਂ, ਹਰ ਰੋਜ਼ ਉਸ ਪਰਮਾਤਮਾ ਦਾ ਨਾਮ ਸਿਮਰਦੇ ਹਾਂ। ਅੰਤਰ ਜੋਤ ਪ੍ਰਗਟ ਪਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ। ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਜਿਹੜੇ ਪਰਮਾਤਮਾ ਦੀ ਜੋਤ ਦੇ ਕਾਰਨ ਇਹ ਸਾਰਾ ਜਗਤ ਪ੍ਰਗਟਿਆ ਹੈ, ਸਾਰੇ ਜਗਤ ਦਾ ਜੋ ਪਸਾਰਾ ਪਸਰਿਆ ਹੋਇਆ ਹੈ ਉਹ ਪੈਦਾ ਹੋਇਆ ਹੈ। ਗੁਰ ਸਾਖੀ ਮਿਟਿਆ ਅੰਧਿਆਰਾ, ਉਸੇ ਪਰਮਾਤਮਾ ਦੀ ਜੋਤ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ ਸਾਡੇ ਅੰਦਰੋਂ ਵੀ ਹਨੇਰਾ ਮਿਟ ਸਕਦਾ ਹੈ। ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਹਾਂ, ਜੇਕਰ ਤੁਸੀਂ ਥੋੜ੍ਹੀ ਬਹੁਤ ਸਾਇੰਸ ਪੜ੍ਹੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਪੜ੍ਹਿਆ ਹੈ, ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਦੋਂ ਇਸ ਬ੍ਰਹਿਮੰਡ ਦੀ ਰਚਨਾ ਹੋਈ ਤਾਂ ਉਦੋਂ ਪਹਿਲਾਂ ਸਾਰੇ ਹਨੇਰਾ ਹੀ ਹਨੇਰਾ ਸੀ। ਸੋ ਉਸ ਪਰਮਾਤਮਾ ਨੇ ਆਪਣੀ ਜੋਤ ਦੇ ਨਾਲ ਉਹ ਚਾਨਣ ਫੈਲਾਇਆ, ਇਹ ਸਾਰਾ ਬ੍ਰਹਿਮੰਡ ਉਪਾਜਿਆ। ਤੇ ਉਸੇ ਪਰਮਾਤਮਾ ਦੀ ਜੋਤ ਦੇ ਨਾਲ ਸਾਡੇ ਅੰਦਰੋਂ ਵੀ ਅਗਿਆਨਤਾ ਦਾ ਹਨੇਰਾ ਦੂਰ ਹੋ ਸਕਦਾ ਹੈ। ਜਦੋਂ ਉਹ ਹੋ ਗਿਆ ਤਾਂ ਕਮਲ ਵਿਗਾਸ, ਸਾਡਾ ਹਿਰਦਾ, ਸਾਡਾ ਦਿਲ, ਸਾਡਾ ਮਨ ਕਮਲ ਦੇ ਫੁੱਲ ਵਾਂਗ ਖਿੜ ਜਾਏਗਾ, ਤੇ ਫਿਰ ਅਸੀਂ ਸਦਾ ਸੁੱਖ ਮਾਣਾਂਗੇ। ਸਾਡੀ
ਜੋ ਜੋਤ ਹੈ ਉਸ ਪਰਮਾਤਮਾ ਦੀ ਜੋਤ ਦੇ ਵਿੱਚ ਸਮਾਈ ਰਹੇਗੀ। ਸਾਡੀ ਸੁਰਤੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਲੀਨ ਰਹੇਗੀ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਗੁਰਮੁਖ ਵਣਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ। ਸਾਡੇ ਸਰੀਰ ਦੇ ਅੰਦਰ ਹੀ ਪਰਮਾਤਮਾ ਦੇ ਗੁਣ ਰੂਪੀ ਰਤਨਾਂ ਦੇ ਭੰਡਾਰ ਹਨ, ਪਰ ਇਹ ਅਪਾਰ ਗੁਣ ਗੁਰੂ ਦੀ ਮਦਦ ਦੇ ਨਾਲ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਜਦੋਂ ਅਸੀਂ ਗੁਰੂ ਦੀ ਸ਼ਰਨ ਪੈ ਜਾਂਦੇ ਹਾਂ ਤਾਂ ਅਸੀਂ ਪਰਮਾਤਮਾ ਦੇ ਨਾਮ ਦੇ ਵਪਾਰੀ ਬਣ ਕੇ ਆਤਮਿਕ ਗੁਣਾਂ ਰੂਪੀ ਰਤਨਾਂ ਦਾ ਵਪਾਰ ਕਰਦੇ ਹਾਂ। ਸਦਾ ਉਸ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਾਂ। ਆਪੇ ਵੱਥ ਰਾਖੈ ਆਪੇ ਦੇ, ਗੁਰਮੁਖ ਵਣਜੈ ਕੇਈ ਕੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਪਰ ਗੁਰੂ ਜੀ ਕਹਿੰਦੇ ਕਿ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਪਰਮਾਤਮਾ ਆਪੇ ਹੀ ਵੱਥ ਭਾਵ ਵਸਤੂ ਆਪਣਾ ਨਾਮ ਪਦਾਰਥ ਜੀਵਾਂ ਦੇ ਹਿਰਦਿਆਂ ਦੇ ਵਿੱਚ ਰੱਖਦਾ ਹੈ, ਆਪੇ ਹੀ ਉਹਨਾਂ ਨੂੰ ਦਾਤਾਂ ਦਿੰਦਾ ਹੈ। ਗੁਰੂ ਦੀ ਸ਼ਰਨ ਪੈ ਕੇ ਅਨੇਕਾਂ ਹੀ ਵਡਭਾਗੀ ਮਨੁੱਖ ਪਰਮਾਤਮਾ ਦੇ ਨਾਮ ਦਾ ਸੌਦਾ ਕਰਦੇ ਹਨ। ਹੇ ਨਾਨਕ, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹੀ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ ਤੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਨਾਮ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ। ਮਾਚ ਮਹਿਲਾ ਤੀਜਾ। ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸਮਾਵਣਿਆ। ਪਰਮਾਤਮਾ ਆਪੇ ਹੀ ਜੀਵਾਂ ਨੂੰ ਆਪਣੇ ਨਾਲ ਮੇਲਦਾ ਹੈ, ਆਪਣੇ ਚਰਨਾਂ ਦੇ ਵਿੱਚ ਜੋੜਦਾ ਹੈ, ਆਪੇ ਹੀ ਉਹਨਾਂ ਤੋਂ ਸੇਵਾ ਕਰਵਾਉਂਦਾ ਹੈ, ਆਪਣਾ ਨਾਮ ਸਿਮਰਨ ਦੇ ਲਈ ਲਾਉਂਦਾ ਹੈ। ਜਦੋਂ ਮਨੁੱਖ ਗੁਰ ਕੈ ਸ਼ਬਦ ਦੇ ਵਿੱਚ ਲੱਗਦਾ ਹੈ, ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜਦਾ ਹੈ ਤਾਂ ਦੂਜਾ ਭਾਉ ਆਪਣੇ ਅੰਦਰੋਂ ਖਤਮ ਕਰ ਲੈਂਦਾ ਹੈ, ਮਾਇਆ ਦਾ ਪਿਆਰ ਆਪਣੇ ਅੰਦਰੋਂ ਖਤਮ ਕਰ ਲੈਂਦਾ ਹੈ। ਹਰ ਨਿਰਮਲ, ਉਹ ਪਰਮਾਤਮਾ ਨਿਰਮਲ ਹੈ, ਭਾਵ ਪਵਿੱਤਰ ਹੈ, ਸਦਾ ਗੁਣਦਾਤਾ ਹੈ, ਜੀਵਾਂ ਨੂੰ ਗੁਣਾਂ ਦੀ ਦਾਤ ਦੇਣ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਆਪਣੇ ਗੁਣਾਂ ਦੇ ਵਿੱਚ ਸਮਾ ਲੈਂਦਾ ਹੈ। ਹਉ ਵਾਰੀ ਜੀਉ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ। ਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਨ। ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਤੇ ਉਹਦਾ ਨਾਮ ਸਦਾ ਹੀ ਪਵਿੱਤਰ ਹੈ, ਪਰ ਕੁਝ ਵਡਭਾਗੀ ਮਨੁੱਖ ਹੀ ਹੁੰਦੇ ਹਨ ਜਿਹੜੇ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਦਾ ਨਾਮ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ। ਆਪੇ ਗੁਰ ਦਾਤਾ ਕਰਮ ਵਿਧਾਤਾ, ਸੇਵਕ ਸੇਵੈ ਗੁਰਮੁਖ ਹਰਿ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤਿ ਹਰਿ ਰਸ ਪਾਵਣਿਆ। ਪਰਮਾਤਮਾ ਆਪ ਹੀ ਗੁਰੂ ਰੂਪ ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ ਅਤੇ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਵਿਧਾਤਾ ਤੋਂ ਭਾਵ ਪੈਦਾ ਕਰਨ ਵਾਲਾ। ਸੇਵਕ ਸੇਵਾ ਗੁਰਮੁਖ ਹਰਿ ਜਾਤਾ। ਜੋ ਪਰਮਾਤਮਾ ਦੇ ਸੇਵਕ ਹਨ ਉਹ ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਉਸ ਨਾਲ ਡੂੰਘੀ ਸਾਂਝ ਪਾਉਂਦੇ ਹਨ। ਆਤਮਿਕ ਜੀਵਨ ਦੇਣ ਵਾਲੇ ਹਰੀ ਨਾਮ ਵਿੱਚ ਜੁੜ ਕੇ ਸੇਵਕ ਜਨ ਆਪਣਾ ਜੀਵਨ ਸੋਹਣਾ ਬਣਾ ਲੈਂਦੇ ਹਨ ਤੇ ਉਹ ਗੁਰੂ ਦੀ ਦਿੱਤੀ ਹੋਈ ਮੱਤ ਦੇ ਉੱਪਰ ਤੁਰ ਕੇ ਸਦਾ ਹੀ ਆਨੰਦ ਮਾਣਦੇ ਹਨ। ਇਸ ਗੁਫਾ ਮਹਿ ਇੱਕ ਥਾਨ ਸੁਹਾਇਆ, ਪੂਰਾ ਗੁਰ ਹਉਮੈ ਭਰਮ ਚੁਕਾਇਆ। ਅਨ ਦਿਨ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਜਿਹੜੇ ਮਨੁੱਖ ਦੇ ਹਿਰਦੇ ਦੇ ਵਿੱਚੋਂ ਗੁਰੂ ਨੇ ਹਉਮੈ ਨੂੰ ਖਤਮ ਕਰ ਦਿੱਤਾ, ਉਸ ਮਨੁੱਖ ਦੇ ਸਰੀਰ ਰੂਪੀ ਗੁਫਾ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਤੇ ਉਹ ਸਰੀਰ ਇੱਕ ਥਾਨ ਸੁਹਾਇਆ, ਇੱਕ ਸੋਹਣਾ ਥਾਂ ਬਣ ਜਾਂਦਾ ਹੈ। ਫਿਰ ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਸਲਾਉਂਦਾ ਹੈ, ਉਹਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਗੁਰੂ ਕਾ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਿਹੜਾ ਜੀਵ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਸਰੀਰ ਵਿੱਚ ਹੀ ਟਿਕ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਹੈ, ਉਸ ਦੇ ਹਿਰਦੇ ਦੇ ਵਿੱਚ ਮੁਰਾਰੀ ਪ੍ਰਭੂ ਦਾ ਨਾਮ ਵਸ ਪੈਂਦਾ ਹੈ। ਉਹ ਨਾਮ ਜਿਹੜਾ ਨਿਰੰਜਨ ਹੈ, ਜੋ ਮਾਇਆ ਦੇ ਮੋਹ ਤੋਂ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਤੇ ਜਦੋਂ ਮਨੁੱਖ ਦੇ ਹਿਰਦੇ ਦੇ ਵਿੱਚ ਉਹ ਨਾਮ ਵਸਦਾ ਹੈ ਤਾਂ ਮਨੁੱਖ ਨੂੰ ਵੀ ਉਹ ਮਾਇਆ ਦੇ ਮੋਹ ਤੋਂ ਬਚਾ ਲੈਂਦਾ ਹੈ।
ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਉਂ-ਜਿਉਂ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਜਾਂਦਾ ਹੈ, ਤਿਵੇਂ-ਤਿਵੇਂ ਉਸ ਦਾ ਜੀਵਨ ਸੋਹਣਾ ਹੁੰਦਾ ਜਾਂਦਾ ਹੈ। ਜਮ ਜਗਾਤੀ ਦੂਜੈ ਭਾਏ ਕਰ ਲਾਏ, ਨਾਵੋ ਭੂਲੇ ਦੇ ਸਜਾਏ। ਘੜੀ ਮੁਹਤ ਕਾ ਲੇਖਾ ਲੇਵੈ, ਰਤੀਓ ਮਾਸਾ ਤੋਲ ਕਢਾਵਣਿਆ। ਕਹਿੰਦੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿੱਚ ਫਸਿਆ ਰਹਿੰਦਾ ਹੈ, ਉਸ ਪਾਸੋਂ ਮਸੂਲੀਆ ਜਮਰਾਜ, ਮਸੂਲੀਆ ਭਾਵ ਜੇ ਅੱਜ ਦੇ ਯੁੱਗ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇੱਕ ਟੈਕਸ ਕਲੈਕਟਰ ਜੋ ਕਰ ਇਕੱਠਾ ਕਰਦਾ ਹੈ। ਸੋ ਗੁਰੂ ਜੀ ਕਹਿੰਦੇ ਕਿ ਇੱਕ ਜਮਰਾਜ ਜੋ ਹੈ ਉਸ ਕਰ ਇਕੱਠਾ ਕਰਨ ਵਾਲੇ ਅਧਿਕਾਰੀ ਵਾਂਗ ਹੈ, ਜੋ ਮਨੁੱਖ ਤੋਂ ਉਸ ਦੇ ਪਲ ਪਲ ਦਾ ਹਿਸਾਬ ਲੈਂਦਾ ਹੈ, ਘੜੀ ਘੜੀ ਦਾ ਹਿਸਾਬ ਲੈਂਦਾ ਹੈ। ਅਤੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੁੰਦਾ ਹੈ ਉਸ ਨੂੰ ਉਹ ਸਜ਼ਾ ਵੀ ਦਿੰਦਾ ਹੈ। ਇੱਕ ਇੱਕ ਰੱਤੀ ਕਰਕੇ, ਇੱਕ ਇੱਕ ਮਾਸਾ ਕਰਕੇ ਜੋ ਜਮਰਾਜ ਹੈ ਉਹ ਸਾਡੇ ਜੀਵਨ ਦੇ ਕਰਮਾਂ ਦਾ ਤੋਲ ਕਰਾਂਦਾ ਹੈ, ਉਹਦਾ ਹਿਸਾਬ ਕਰਦਾ ਹੈ। ਪਈ ਅੜੈ ਫਿਰ ਚੇਤੇ ਨਾਹੀਂ, ਦੂਜੈ ਮੁੱਠੀ ਰੋਵੈ ਤਾਹੀਂ। ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੈ ਫਿਰ ਨਹੀਂ ਪਾਵਣਿਆ। ਜਿਹੜੀ ਜੀਵ ਇਸਤਰੀ ਪੇਕੇ ਘਰ ਵਿੱਚ ਭਾਵ ਇਸ ਜੀਵਨ ਦੇ ਵਿੱਚ ਅੱਜ ਦੀ ਘੜੀ ਜੋ ਅਸੀਂ ਜੀਵਨ ਜਿਉ ਰਹੇ ਹਾਂ ਉਹਦੇ ਵਿੱਚ ਪ੍ਰਭੂ ਪਤੀ ਨੂੰ ਯਾਦ ਨਹੀਂ ਕਰਦੀ ਅਤੇ ਮਾਇਆ ਦੇ ਮੋਹ ਵਿੱਚ ਪੈ ਕੇ ਆਪਣੀ ਜੋ ਆਤਮਿਕ ਗੁਣਾਂ ਦੀ ਪੂੰਜੀ ਹੈ ਉਹਨੂੰ ਲੁਟਾਉਂਦੀ ਰਹਿੰਦੀ ਹੈ, ਉਹ ਲੇਖਾ ਦੇਣ ਵੇਲੇ ਧਾਹਾਂ ਮਾਰ ਮਾਰ ਕੇ ਰੋਂਦੀ ਹੈ। ਹੁਣ ਲੇਖਾ ਕਦੋਂ ਦੇਣਾ? ਜੋ ਅਸੀਂ ਅੱਜ ਕਰ ਰਹੇ ਹਾਂ ਉਹਦਾ ਲੇਖਾ ਅਸੀਂ ਕੱਲ੍ਹ ਨੂੰ ਦੇਣਾ। ਜੋ ਅਸੀਂ ਅੱਜ ਸਿੱਖ ਰਹੇ ਹਾਂ ਉਹਦਾ ਲੇਖਾ ਅਸੀਂ ਅੱਗੇ ਜਾ ਕੇ ਭੁਗਤਾਂਗੇ। ਉਹ ਚੰਗਾ ਹੋਏਗਾ ਜੇਕਰ ਅਸੀਂ ਕੋਈ ਚੰਗਾ ਸਿੱਖ ਰਹੇ ਹਾਂ ਤਾਂ, ਜੇਕਰ ਮਾੜਾ ਸਿੱਖ ਰਹੇ ਹਾਂ ਤਾਂ ਮਾੜਾ ਹੋਏਗਾ, ਪਰ ਲੇਖਾ ਜ਼ਰੂਰ ਦੇਣਾ ਪਏਗਾ। ਅਤੇ ਜਦੋਂ ਅਸੀਂ ਅੱਜ ਪਰਮਾਤਮਾ ਨੂੰ ਯਾਦ ਨਹੀਂ ਕਰ ਰਹੇ ਤਾਂ ਕੱਲ੍ਹ ਨੂੰ ਅਸੀਂ ਧਾਹਾਂ ਮਾਰ ਮਾਰ ਕੇ ਰੋਵਾਂਗੇ। ਜੀਵ ਇਸਤਰੀ ਦੀ ਉਦਾਹਰਣ ਲਈ ਗਈ ਹੈ ਕਿ ਅੱਜ ਦਾ ਜੋ ਸਾਡਾ ਜੀਵਨ ਹੈ ਉਹ ਸਾਡਾ ਪੇਕਾ ਘਰ ਹੈ ਅਤੇ ਕੱਲ੍ਹ ਨੂੰ ਅਸੀਂ ਜੋ ਜੀਵਨ ਜਿਉਣਾ ਹੈ ਉਹ ਸਾਡਾ ਸਹੁਰਾ ਘਰ ਹੈ। ਜਦੋਂ ਅਸੀਂ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੇ ਹੋਏ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤਾਂ ਸਹੁਰੇ ਘਰ ਦੇ ਵਿੱਚ ਵੀ ਫਿਰ ਸਾਨੂੰ ਇੱਜ਼ਤ ਨਹੀਂ ਮਿਲਦੀ। ਸਾਨੂੰ ਭੈੜੇ ਗੁਣਾਂ ਵਾਲੀ, ਭੈੜੇ ਲੱਛਣਾਂ ਵਾਲੀ ਇਸਤਰੀ ਵਾਂਗ ਕਿਹਾ ਜਾਂਦਾ ਹੈ, ਦਰਸਾਇਆ ਜਾਂਦਾ ਹੈ। ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਫਿਰ ਨਹੀਂ ਪਾਵਣਿਆ। ਅਤੇ ਇੱਦਾਂ ਦੀ ਜੋ ਜੀਵ ਇਸਤਰੀ ਹੈ ਉਹ ਸੁਪਨੇ ਦੇ ਵਿੱਚ ਵੀ ਪ੍ਰਭੂ ਪਤੀ ਦਾ ਮਿਲਾਪ ਹਾਸਲ ਨਹੀਂ ਕਰ ਪਾਉਂਦੀ। ਪਈ ਅੜੈ ਫਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ। ਕਾਮਣ ਫਿਰ ਰਾਖਿਆ ਕੰਠ ਲਾਏ, ਸ਼ਬਦੇ ਫਿਰ ਰਾਵੇ ਸੇਜ ਸੁਹਾਵਣਿਆ। ਪੇਕੇ ਘਰ ਵਿੱਚ ਜਿਹੜੀ ਜੀਵ ਇਸਤਰੀ ਨੇ ਪ੍ਰਭੂ ਪਤੀ ਨੂੰ ਆਪਣੇ ਮਨ ਦੇ ਵਿੱਚ ਰੱਖਿਆ, ਜਿਸ ਨੇ ਪੂਰੇ ਗੁਰੂ ਦੇ ਸ਼ਬਦਾਂ ਦੇ ਰਾਹੀਂ ਉਸ ਪਰਮਾਤਮਾ ਨੂੰ ਆਪਣੇ ਹਦੂਰ, ਆਪਣੇ ਅੰਗ ਸੰਗ ਵੇਖਿਆ, ਜਿਸ ਨੇ ਉਸ ਪਰਮਾਤਮਾ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਿਆ, ਉਸ ਪਰਮਾਤਮਾ ਦੇ ਨਾਲ ਸਦਾ ਪ੍ਰੇਮ ਪਾਈ ਰੱਖਿਆ, ਉਹ ਜੀਵ ਇਸਤਰੀ ਗੁਰੂ ਦੇ ਸ਼ਬਦਾਂ ਦੇ ਰਾਹੀਂ ਪਰਮਾਤਮਾ ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ ਅਤੇ ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣੀ ਰਹਿੰਦੀ ਹੈ। ਆਪੇ ਦੇਵੈ ਸੱਦ ਬੁਲਾਏ, ਆਪਣਾ ਨਾਉ ਮਨ ਵਸਾਏ। ਨਾਨਕ ਨਾਮ ਮਿਲੈ ਵਡਿਆਈ, ਅਨ ਦਿਨ ਸਦਾ ਗੁਣ ਗਾਵਣਿਆ। ਪਰ ਅਖੀਰ ਦੇ ਵਿੱਚ ਗੁਰੂ ਜੀ ਫਿਰ ਉਹੀ ਕਹਿੰਦੇ ਹਨ ਕਿ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਪਰਮਾਤਮਾ ਆਪ ਹੀ ਉਹਨਾਂ ਨੂੰ ਸੱਦ ਕੇ ਬੁਲਾ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ, ਆਪ ਹੀ ਆਪਣਾ ਨਾਮ ਉਹਨਾਂ ਦੇ ਮਨ ਦੇ ਵਿੱਚ ਵਸਾਉਂਦਾ ਹੈ। ਹੇ ਨਾਨਕ, ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ ਉਹ ਲੋਕ ਪਰਲੋਕ ਦੇ ਵਿੱਚ ਵਡਿਆਈ ਹਾਸਲ ਕਰਦਾ ਹੈ, ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 126ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਇੱਕ ਲੈਸਨ ਜੇਕਰ ਅਸੀਂ ਇਸ ਅੰਗ ਦੀ ਬਾਣੀ ਦੇ ਵਿੱਚੋਂ ਸਿੱਖਿਆ ਹੈ ਉਹ ਪਾਪ ਪੁੰਨ ਵਾਲਾ ਸੀ। ਇੱਕ ਆਮ ਇਨਸਾਨ ਨੂੰ ਇਹ ਚੀਜ਼ ਬੜੀ ਅਟਪਟੀ ਜਾਪ ਸਕਦੀ ਹੈ ਕਿ ਚਲੋ ਪਾਪ ਤੇ ਅਸੀਂ ਮੰਨ ਲਿਆ ਕਿ ਆਪਣੇ ਅੰਦਰੋਂ ਖਤਮ ਕਰ ਲਈਏ, ਪਰ ਪੁੰਨ ਨੂੰ ਕਿਉਂ ਖਤਮ ਕਰੀਏ? ਤਾਂ ਉਹ ਅਸੀਂ ਸਮਝਾਇਆ ਹੈ ਕਿ ਕਿਸ ਤਰ੍ਹਾਂ ਪੁੰਨ ਨੂੰ ਖਤਮ ਕਰਕੇ ਅਸੀਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਸਕਦੇ ਹਾਂ। ਪੁੰਨ ਕਰਨ ਦੀ ਪ੍ਰਕਿਰਿਆ ਨੂੰ ਨਹੀਂ ਰੋਕਣਾ। ਜੇ ਕਿਸੇ ਗਰੀਬ ਨੂੰ, ਕਿਸੇ ਵੀ ਇਨਸਾਨ ਨੂੰ ਸਾਡੀ ਲੋੜ ਹੈ ਤਾਂ ਸਾਨੂੰ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ, ਪਰ ਆਪਣੇ ਮਨ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਣ ਦੇਣਾ ਚਾਹੀਦਾ ਕਿ ਅਸੀਂ ਕਿਸੇ ਦੀ ਮਦਦ ਕੀਤੀ ਹੈ। ਜਿਵੇਂ ਕਿ ਹਿੰਦੀ ਦੇ ਵਿੱਚ ਅਸੀਂ ਕਹਾਵਤ ਸੁਣੀ ਹੋਣੀ ਹੈ ਕਿ ਨੇਕੀ ਕਰ ਦਰਿਆ ਮੇਂ ਡਾਲ, ਵੀ ਚੰਗਾ ਕੰਮ ਕਰੋ, ਪੁੰਨ ਕਰੋ ਅਤੇ ਭੁੱਲ ਜਾਓ। ਤੁਹਾਡੇ ਆਪਦੇ ਵੀ ਉਹ ਗੱਲ ਚੇਤੇ 'ਚ ਨਹੀਂ ਆਉਣੀ ਚਾਹੀਦੀ ਕਿ ਅਸੀਂ ਕੋਈ ਪੁੰਨ ਦਾ ਕੰਮ ਕੀਤਾ ਹੈ। ਸੋ ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।